ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ। ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਂ ਕੀ ਤੈਂ ਆਸ ਪੁਜਾਈ। ਦਾਸ ਆਪਣੇ ਕੋ ਤੂੰ ਬਿਸਰਹਿ ਨਾਹੀਂ, ਚਰਨ ਧੂਰ ਮਨ ਭਾਈ। ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਦਾਨ ਸੁਖ ਦਾਤੇ ਸੁਆਮੀ। ਸਭ ਤੇ ਊਚ ਵਡਾਈ ਰਹਾਉ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਸੇਵਕ ਕਉ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ। ਸਰਬ ਨਿਰੰਤਰ ਤੁਮੈ ਸਮਾਨੇ, ਜਾ ਕਉ ਤੁਧ ਆਪ ਬੁਝਾਈ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭਏ ਸਭ ਠਾਈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭੈ ਦਿਆਲਾ, ਤਾ ਕੋ ਮਨ ਤੇ ਬਿਸਰ ਨਾ ਜਾਈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭੈ ਦਿਆਲਾ, ਤਾ ਕਉ ਮਨ ਤੇ ਬਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਮਿਹਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਸੋ ਅੱਜ ਦਾ ਜੋ ਸ਼ਬਦ ਹੈ, ਸੋਰਠ ਰਾਗਣੀ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਘਰ ਪਹਿਲਾ। ਪਹਿਲੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨ ਦਾ ਹੁਕਮ ਹੈ। 610 ਅੰਕ 'ਤੇ ਇਹ ਸੁਸ਼ੋਭਿਤ ਹੈ। ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਂ ਕੀ ਤੈਂ ਆਸ ਪੁਜਾਈ। ਪਾਰ ਬ੍ਰਹਮ ਪਰਮੇਸ਼ਰ ਜਿਹਦੇ ਹਿਰਦੇ ਵਿੱਚ ਵਸ ਗਿਆ, ਉਹਦੀ ਆਸਾ ਪੂਰੀ ਹੋ ਗਈ। ਉਹਦੀ ਕੋਈ ਵੀ ਆਸਾ ਅਧੂਰੀ ਨਹੀਂ ਰਹਿ ਜਾਂਦੀ ਹੈ। ਸੋ ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਂ ਕੀ ਤੈਂ ਆਸ ਪੁਜਾਈ। ਜਦੋਂ ਪਰਮਾਤਮਾ ਪਰਮੇਸ਼ਰ ਦਾ ਹਿਰਦੇ ਵਿੱਚ ਵਾਸਾ ਹੁੰਦਾ, ਉਸ ਭਗਤ ਦੀਆਂ ਦੁਨਿਆਵੀ ਆਸਾਂ ਹੀ ਖਤਮ ਹੋ ਜਾਂਦੀਆਂ, ਕਿਉਂਕਿ ਸਭ ਕੁਝ ਤਾਂ ਨਾਸ਼ਵੰਤ ਸਮਝਦਾ। ਇਹ ਸਾਰਾ ਕੁਝ ਚਲਾਇਮਾਨ ਹੈ। ਜਿਹੜੀ ਵਸਤੂ ਹੈ ਹੀ ਨਾਸ਼ਵਾਨ, ਸੋ ਉਹਦੀ ਆਸ ਫਿਰ ਕੀ ਕਰਨੀ ਹੈ। ਇੱਕੋ ਹੀ ਆਸ ਹੁੰਦੀ ਹੈ, ਯਾ ਤੁਮਰੀ ਆਸ ਭਰੋਸਾ ਤੁਮਰਾ। ਨਾਮ ਦੀ ਆਸ ਹੈ, ਪਾਰ ਬ੍ਰਹਮ ਪਰਮੇਸ਼ਰ ਦੀ ਉਹ ਆਸ ਰੱਖਦਾ। ਸੋ ਜਿਹੜਾ ਉਹਨੂੰ ਵਾਰ ਵਾਰ ਚੇਤੇ ਕਰਦਾ, ਉਹਨੂੰ ਮਹਿਸੂਸ ਹੁੰਦਾ ਕਿ ਰੱਬ ਹਿਰਦੇ ਵਿੱਚ ਵੱਸਦਾ। ਜਿਸ ਨੇ ਕਦੀ ਧਿਆਇਆ ਹੀ ਨਹੀਂ, ਉਹਨੂੰ ਕਦੀ ਨਹੀਂ ਮਹਿਸੂਸ ਹੋ ਸਕਦਾ ਰੱਬ ਹਿਰਦੇ ਵਿੱਚ ਵੱਸਦਾ ਹੈ। ਜਿਹੜਾ ਰੋਜ਼ ਉਹਨੂੰ ਯਾਦ ਕਰਦਾ, ਰੋਜ਼ ਚੇਤੇ ਕਰਦਾ, ਉਹਨੂੰ ਅਨੁਭਵ ਗਿਆਨ ਹੋ ਜਾਂਦਾ ਵੀ ਰੱਬ ਦਾ ਵਾਸਾ ਹਿਰਦੇ ਦੇ ਵਿੱਚ ਹੈ। ਅਤੇ ਫਿਰ ਇਹਦੀ ਆਸ ਇਹ ਬਣਦੀ, ਜੇ ਹਿਰਦੇ ਦੇ ਵਿੱਚ ਹੈ ਅਤੇ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ। ਉਹ ਵੀ ਫਿਰ ਉਹ ਆਸ ਉਹਦੀ ਪੂਰੀ ਕਰਦਾ, ਉਹਨੂੰ ਅਨੁਭਵ ਪ੍ਰਕਾਸ਼ ਦੇ ਨਾਲ ਦਰਸ਼ਨ ਵੀ ਦਿੰਦਾ ਹੈ। ਤਾਂ ਕੀ ਤੈਂ ਆਸ ਪੁਜਾਈ।
ਦਾਸ ਆਪਣੇ ਕੋ ਤੂੰ ਵਿਸਰਹਿ ਨਾਹੀ, ਚਰਨ ਧੂਰ ਮਨ ਭਾਈ। ਜਿਹੜੇ ਤੇਰੇ ਦਾਸ ਹੁੰਦੇ ਨੇ ਉਹਨਾਂ ਨੂੰ ਤੂੰ ਕਦੀ ਆਪਣੀ ਯਾਦ ਵਿਸਰਨ ਹੀ ਨਹੀਂ ਦਿੰਦਾ। ਭਗਤ ਇਸੇ ਕਰਕੇ ਤਾਂ ਦਾਸ ਬਣ ਕੇ ਰਹਿੰਦੇ ਨੇ, ਨਿਮਰਤਾ ਦੇ ਵਿੱਚ ਸਭਨਾਂ ਦੇ ਦਾਸ। ਮਹਾਰਾਜ ਕਹਿੰਦੇ ਮੋਕੋ ਕੀਜੇ ਦਾਸ ਦਾਸ ਦਾਸਨ ਕੋ। ਭਗਤ ਕਦੀ ਹੰਕਾਰ ਵਿੱਚ ਨਹੀਂ ਆਉਂਦਾ ਹੈ। ਸੋ ਹਾਂ, ਜੇ ਭਗਤ 'ਤੇ ਕੋਈ ਜ਼ੁਲਮ ਕਰਦਾ, ਭਗਤ ਦਾ ਫਿਕਸ ਸਟੈਂਡ ਹੁੰਦਾ ਹੈ, ਆਪਣੇ ਸਟੈਂਡ 'ਤੇ ਖੜ੍ਹਦਾ। ਹੰਕਾਰ ਉੱਥੇ ਵੀ ਨਹੀਂ ਹੁੰਦਾ ਭਗਤ ਦੇ ਮਨ ਵਿੱਚ। ਜੇ ਕਿ ਵੀ ਹੰਕਾਰ ਨਹੀਂ ਇੱਕ ਸਟੈਂਡ ਹੁੰਦਾ, ਅਡੋਲ ਹੋ ਜਾਂਦਾ। ਉਹ ਡੋਲਦਾ ਨਹੀਂ ਹੈ, ਭੈ ਨਹੀਂ ਖਾਂਦਾ, ਡਰਦਾ ਨਹੀਂ ਹੈ। ਹੰਕਾਰ ਕਰਕੇ ਨਹੀਂ। ਇਹ ਐਸੇ ਬੜੇ ਨੇ ਜਿਹੜੇ ਡਰਦੇ ਨਹੀਂ ਕਿਸੇ ਤੋਂ, ਅਤੇ ਪਰ ਉਹ ਹੰਕਾਰ ਵਿੱਚ ਹੁੰਦੇ ਨੇ। ਮੈਂ ਕਿਹੜਾ ਕਹਿਣਾ ਕਿਸੇ ਤੋਂ ਡਰਦਾ ਹੈ। ਸੋ ਜਦੋਂ ਕਿਸੇ ਨੂੰ ਵੈਰੀ ਮੰਨਣਾ, ਆਪਣਾ ਅਤੇ ਬੇਗਾਨਾ ਇਹੋ ਜਿਹੇ ਫਰਕ ਚੱਲਣੇ, ਫਿਰ ਡਰ ਤਾਂ ਜ਼ਰੂਰ ਹੋਵੇਗਾ। ਫਿਰ ਡਰ ਹੁੰਦਾ ਹੀ ਹੁੰਦਾ ਹੈ। ਡਰ ਉਦੋਂ ਖਤਮ ਹੁੰਦਾ ਹੈ ਜਦੋਂ ਨਾ ਕੋਈ ਵੈਰੀ ਨਹੀਂ ਬੇਗਾਨਾ, ਫਿਰ ਡਰ ਖਤਮ ਹੁੰਦਾ। ਡਰ ਉਦੋਂ ਖਤਮ ਹੁੰਦਾ ਜਦੋਂ ਸਾਰਿਆਂ ਵਿੱਚ ਰੱਬ ਦੀ ਜੋਤ ਨੂੰ ਵੇਖਦਾ, ਉਦੋਂ ਡਰ ਖਤਮ ਹੁੰਦਾ। ਨਾ ਡਰ ਨਹੀਂ ਖਤਮ ਹੁੰਦਾ। ਡਰ ਵਿੱਚ ਜੰਮਦਾ, ਡਰ ਵਿੱਚ ਜ਼ਿੰਦਗੀ ਬਤੀਤ ਕਰਦਾ, ਡਰ ਵਿੱਚ ਹੀ ਮਰ ਜਾਂਦਾ। ਸਾਰਾ ਸੰਸਾਰ ਡਰ ਦੇ ਵਿੱਚ ਹੈ, ਪਰ ਜੇ 'ਤੇ ਕਿਰਪਾ ਹੁੰਦੀ ਉਹ ਡਰ ਤੋਂ ਮੁਕਤ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਤੇਰੇ ਦਾਸ ਨੇ ਨਾ, ਸੋ ਉਹਨਾਂ ਦੀ ਇਹ ਆਸ ਹੁੰਦੀ ਹੈ ਵੀ ਤੂੰ ਕਦੀ ਵਿਸਰੇ ਨਾ, ਅਤੇ ਤੂੰ ਕਦੀ ਵਿਸਰਨ ਵੀ ਨਹੀਂ ਦਿੰਦਾ। ਉਹਨਾਂ ਨੂੰ ਤੇਰਿਆਂ ਪਿਆਰਿਆਂ ਦੀ ਚਰਨ ਧੂੜੀ ਬੜੀ ਚੰਗੀ ਲੱਗਦੀ ਹੈ। ਚਰਨ ਧੂਰ ਮਨ ਭਾਈ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ ਉਹਨਾਂ ਦੀ ਚਰਨ ਧੂੜ ਬੜੀ ਚੰਗੀ ਲੱਗਦੀ ਹੈ। ਜਿਹੜੇ ਤੇਰੇ ਦਾਸ ਵਰਗੇ ਬਣ ਗਏ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ, ਉਹਨਾਂ ਨੂੰ ਚਰਨ ਧੂੜ ਬੜੀ ਚੰਗੀ ਲੱਗਦੀ। ਦੋਨੇ ਤਰ੍ਹਾਂ ਹੋ ਜਾਂਦਾ। ਕਿਉਂ? ਜਿਹੜਾ ਦਾਸ ਆ, ਜਿਹਨੂੰ ਰੱਬ ਨਹੀਂ ਵਿਸਰਦਾ, ਉਹ ਚਰਨ ਧੂੜ ਨਿਮਰਤਾ ਦੇ ਵਿੱਚ ਰਹਿੰਦਾ, ਨਿਮਰਤਾ। ਸੋ ਜਿਹੜੇ ਰੱਬ ਦੇ ਪਿਆਰੇ ਨਿਮਰਤਾ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਜਿਹੜੀ ਚਰਨ ਧੂੜ ਹੈ ਉਹ ਫਿਰ ਭਾਉਂਦੀ ਹੈ, ਸਾਰਿਆਂ ਨੂੰ ਚੰਗੀ ਲੱਗਦੀ। ਕਿਉਂਕਿ ਉਹ ਦਾਸ ਜੋ ਬਣ ਗਏ, ਉਹਨਾਂ ਨੂੰ ਵਿਸਰਦਾ ਨਹੀਂ ਹੈ ਰੱਬ। ਤੇਰੀ ਅਕਥ ਕਥਾ ਕਥਨ ਨਾ ਜਾਈ। ਹੇ ਪਾਰ ਬ੍ਰਹਮ ਪਰਮੇਸ਼ਰ, ਤੂੰ ਕਿਸੇ ਤੋਂ ਕਥਨ ਨਹੀਂ ਕੀਤਾ ਜਾ ਸਕਦਾ ਹੈ। ਤੇਰੀ ਜਿਹੜੀ ਕਥਾ ਹੈ ਉਹ ਅਕਥ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਗੁਣ ਨਿਦਾਨ ਸੁਖ ਦਾਤੇ ਸੁਆਮੀ, ਸਭ ਤੇ ਊਚ ਬਿਰਡਾਈ। ਉਹ ਪਾਰ ਬ੍ਰਹਮ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਅਤੇ ਸੁੱਖਾਂ ਦਾ ਦਾਤਾ, ਸਾਰਿਆਂ ਦਾ ਮਾਲਕ, ਸਾਰਿਆਂ ਤੋਂ ਉੱਚੀ ਉਹਦੀ ਵਡਿਆਈ ਹੈ। ਕਿਉਂਕਿ ਉਹਦੀ ਵਡਿਆਈ ਦੇ ਵਿੱਚ ਮੈਲ ਨਹੀਂ ਹੈ, ਉਹਦੀ ਵਡਿਆਈ ਵਿੱਚ ਹਉਮੈ ਨਹੀਂ ਹੈ, ਉਹਦੀ ਵਡਿਆਈ ਵਿੱਚ ਲੋਭ ਨਹੀਂ ਹੈ, ਉਹਦੀ ਵਡਿਆਈ ਵਿੱਚ ਤਮਾ ਨਹੀਂ ਹੈ, ਕੋਈ ਵੀ ਵਿਕਾਰ ਨਹੀਂ ਹੈ ਉਹਦੀ ਵਡਿਆਈ ਦੇ ਵਿੱਚ। ਅਤੇ ਜਿਹੜਾ ਵੀ ਭਗਤ ਉਹਦੀ ਵਡਿਆਈ ਕਰਦਾ ਹੈ, ਉਹ ਵੀ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਵਿਕਾਰ ਨਹੀਂ ਰਹਿ ਜਾਂਦਾ। ਅਤੇ ਮਹਾਰਾਜ ਨੇ ਤਾਂ ਇੱਥੋਂ ਹੀ ਕਹਿ ਦਿੱਤਾ, ਪਾਤਸ਼ਾਹ। ਸੋ ਸਿਫਤ ਸਲਾਹ ਦੀ ਗੱਲ ਕਰਦੇ, ਕਹਿੰਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ। ਸੋ ਭਾਵ ਆਪਣੇ ਆਪ ਦਾ ਰਾਜਾ ਹੋ ਜਾਂਦਾ। ਉਹਦਾ ਆਪਣੇ ਮਨ 'ਤੇ ਕੰਟਰੋਲ ਹੁੰਦਾ, ਆਪਣੇ ਗਿਆਨ ਅੰਦਰੇ, ਕਰਮ ਅੰਦਰੇ, ਇਹਨਾਂ 'ਤੇ ਕੰਟਰੋਲ ਹੁੰਦਾ, ਅੰਤਿਸ਼ਕਰਨ ਤੀਕਰ ਪਹੁੰਚਿਆ ਹੁੰਦਾ ਹੈ। ਸੋ ਉਹ ਆਪਣੇ ਆਪ ਨੂੰ ਉਸਨੇ ਕਾਬੂ ਵਿੱਚ ਰੱਖਿਆ ਹੋਇਆ ਹੁੰਦਾ, ਆਪਣੇ ਆਪ ਦਾ ਰਾਜਾ ਹੁੰਦਾ ਹੈ। ਸੋਚ ਵਡਿਆਈ ਰਹਾਉ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਜਿਤਨੇ ਵੀ ਪ੍ਰਾਣੀ ਨੇ, ਪ੍ਰਾਣ ਧਾਰੀ ਨੇ, ਜਿੱਦਾਂ ਜਿੱਦਾਂ ਦੀ ਲਿਖਤ ਤੂੰ ਪਾ ਦਿੱਤੀ ਹੈ ਸਾਰਿਆਂ ਦੇ ਮਸਤਕ ਦੇ ਉੱਤੇ, ਉਸੇ ਤਰ੍ਹਾਂ ਹੀ ਸਾਰੇ ਕਰਮ ਕਮਾ ਰਹੇ ਨੇ। ਭਾਵ ਤੇਰੇ ਤੋਂ ਬਾਹਰਾ ਕੋਈ ਹੋਵੇਗਾ, ਤੇਰੇ ਤੋਂ ਬਾਹਰਾ ਕੋਈ ਕੰਮ ਕਰਦਾ ਹੋਵੇਗਾ। ਮਹਾਰਾਜ ਕਹਿੰਦੇ ਨੇ ਤੇਰੇ ਤੋਂ ਬਾਹਰਾ ਕੋਈ ਨਹੀਂ ਹੈ।
ਸੋ ਹਰ ਇੱਕ ਪ੍ਰਾਣੀ ਤੇਰੇ ਹੁਕਮ ਅਨੁਸਾਰ ਹੀ ਆਪੋ ਆਪਣੇ ਕੰਮਾਂ ਨੂੰ ਕਰ ਰਿਹਾ। ਤੁਧ ਸੰਸਾਰ ਉਪਾਇਆ, ਸਿਰ ਧੰਦੇ ਲਾਇਆ। ਜੋ ਰੋਜੀ ਰੋਟੀ ਆ ਹਰੇਕ ਨੂੰ ਬਖਸ਼ਿਸ਼ ਕੀਤੀ ਹੈ, ਉਹ ਧੰਦਿਆਂ ਦੇ ਵਿੱਚੋਂ ਬਖਸ਼ਿਸ਼ ਕੀਤੀ ਹੋਈ ਹੈ। ਸੋ ਜਿੱਦਾਂ ਜਿੱਦਾਂ ਦਾ ਧੰਦਾ ਰੋਜੀ ਰੋਟੀ, ਉਸੇ ਤਰ੍ਹਾਂ ਉਹਨੂੰ ਰੋਜੀ ਰੋਟੀ ਬਖਸ਼ਿਸ਼ ਕਰ ਦਿੱਤੀ, ਉੱਦਾਂ ਦੀ ਉਹਨੂੰ ਅਕਲ ਵੀ ਬਖਸ਼ਿਸ਼ ਕਰ ਦਿੱਤੀ ਹੈ। ਹਰ ਕੋਈ ਮਨੁੱਖ ਪ੍ਰਾਣੀ ਆਪੋ ਆਪਣੇ ਕੰਮ ਦਾ ਮਾਹਰ ਹੈ, ਰੋਜੀ ਰੋਟੀ ਕਮਾ ਰਿਹਾ। ਮਹਾਰਾਜ ਨੇ ਅਕਲ ਦਿੱਤੀ ਹੋਈ ਹੈ, ਸੱਚੇ ਪਾਤਸ਼ਾਹ ਜੀ ਨੇ ਅਕਲ ਬਖਸ਼ਿਸ਼ ਕਰ ਦਿੱਤੀ। ਰੋਜੀ ਦੇਣੀ ਹੈ ਨਾ, ਉਹਨੂੰ ਰੋਟੀ ਦੇਣੀ, ਇਸ ਕਰਕੇ ਉਹਨੂੰ ਉਹਦੇ ਕੰਮ ਦੀ ਅਕਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਖਸ਼ਿਸ਼ ਕਰ ਦਿੱਤੀ। ਇਹ ਲਿਖਤ ਆ ਉਹਦੀ, ਕਹਿੰਦੇ ਸੇਵਕ ਕਾ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਘਾਈ। ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਤੂੰ ਸੇਵਾ ਦੇ ਦਿੱਤੀ। ਰੱਬ ਦੇ ਪਿਆਰੇ ਸੇਵਾ ਕਰਦੇ ਨੇ। ਸੇਵਾ ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹੀਏ, ਜਿਸ ਸੇਵਕ ਦੀ ਸੇਵਾ ਸਫਲ ਹੋਈ ਅਤੇ ਮਹਾਰਾਜ ਨੇ ਫਿਰ ਉਹਨੂੰ ਕਹਿ ਦਿੱਤਾ ਵੀ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਬਸ ਹੁਣ ਤੂੰ ਸ਼ਬਦ ਦਾ ਲੰਗਰ ਚਲਾ, ਸ਼ਬਦ ਦਾ ਪ੍ਰਚਾਰ ਕਰ। ਬਸ ਉਹ ਸ਼ਬਦ ਦੇ ਪ੍ਰਚਾਰ ਦੇ ਵਿੱਚ ਹੀ ਉਹਦਾ ਆਪਣਾ ਗੁਜ਼ਾਰਾ ਵੀ ਚੱਲਦਾ ਅਤੇ ਮਹਾਰਾਜ ਦਾ ਹੁਕਮ ਵੀ ਮਨਾ ਹੋ ਰਿਹਾ। ਆਪ ਜਪਦਾ, ਦੂਸਰਿਆਂ ਨੂੰ ਜਪਾਉਂਦਾ। ਹੁਣ ਸੇਵਕ ਨੂੰ ਸੇਵਾ ਹੀ ਜਦ ਉਹਨੇ ਇਹ ਦੇ ਦਿੱਤੀ ਹੈ ਵੀ ਇਹੋ ਹੀ ਸੇਵਾ ਦੇ ਦਿੱਤੀ ਵੀ ਇਹੋ ਹੀ ਤੇਰਾ ਕੰਮ ਹੈ, ਅਤੇ ਸਭ ਤੋਂ ਵੱਡਾ ਕੰਮ ਵੀ ਸ਼ਬਦ ਦਾ ਹੀ ਹੈ। ਸੋ ਜਿਹੜਾ ਕੰਮ ਕਰਨਾ ਉਹਦੇ 'ਤੇ ਆਪ ਪਹਿਰਾ ਦੇਣਾ, ਚੱਲਣਾ, ਫਿਰ ਦੂਸਰਿਆਂ ਨੂੰ ਚੱਲਣ ਵਾਸਤੇ ਕਹਿਣਾ। ਪ੍ਰੋਪਰ ਚੈਨਲ ਤਾਂ ਇਹੀ ਹੈ, ਔਰ ਇਹ ਔਖਾ ਆ, ਕਠਿਨ ਹੈ, ਸਾਰੇ ਨਹੀਂ ਕਰ ਸਕਦੇ। ਪ੍ਰਥਮੈ ਮਨ ਪ੍ਰਬੋਧੈ, ਆਪਣਾ ਪਾਸ਼ੇ ਅਵਰ ਰੁਝਾਵੈ। ਜਿੱਦਾਂ ਜਿਹੜਾ ਗੁਰੂ ਦੇ ਹੁਕਮ ਵਿੱਚ ਕੰਮ, ਸ਼ਬਦ ਦਾ ਜਿਹੜਾ ਕੰਮ ਹੈ, ਆਪ ਸਮਝਣਾ, ਆਪ ਚੱਲਣਾ, ਦੂਸਰਿਆਂ ਨੂੰ ਸਮਝਾਉਣਾ, ਦੂਸਰਿਆਂ ਨੂੰ ਚੱਲਣ ਵਾਸਤੇ ਪ੍ਰੇਰਿਤ ਕਰਨਾ ਧਰਮ ਦੇ ਮਾਰਗ 'ਤੇ। ਜਿਹੜਾ ਇੰਝ ਕਰਦਾ ਉਹ ਰੱਬ ਦਾ ਕੰਮ ਕਰਦਾ, ਉਹ ਪਰਮੇਸ਼ਰ ਦਾ ਕੰਮ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੇਵਕ ਨੂੰ ਸੇਵਾ ਤੂੰ ਆਪ ਦਿੱਤੀ। ਜਿਹੜੇ ਇਹ ਸੇਵਾ ਕਰ ਰਹੇ ਨੇ ਉਹ ਰੱਜੇ ਰਹਿੰਦੇ ਨੇ, ਉਹਨਾਂ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ। ਰੱਜਦੇ ਕਿੱਦਾਂ ਨੇ? ਕਹਿੰਦੇ ਦਰਸ਼ਨ ਦੇਖ ਅਘਾਈ। ਤੇਰੇ ਦਰਸ਼ਨ ਕਰਦੇ ਨੇ ਅਘਾਈ, ਰੱਜਦੇ ਨੇ, ਤ੍ਰਿਪਤ ਹੁੰਦੇ ਨੇ। ਜਦੋਂ ਭੁੱਖ ਨਾ ਰਹੇ ਕਿਸੇ ਪਦਾਰਥ ਦੀ, ਉਹਨੂੰ ਕਿਹਾ ਜਾਂਦਾ ਵੀ ਅਘਾਈ, ਲੋੜ ਹੀ ਨਹੀਂ ਹੈ। ਜਦੋਂ ਬੰਦਾ ਰੋਟੀ ਪਾਣੀ ਛਕ ਲੈਂਦਾ, ਰੱਜਿਆ ਹੋਇਆ ਹੁੰਦਾ, ਅਘਾਈ, ਜ਼ਰੂਰਤ ਨਹੀਂ ਹੈ, ਹੁਣ ਮਨ ਹੀ ਨਹੀਂ ਕਰਦਾ ਕਿਸੇ ਪਦਾਰਥ ਨੂੰ। ਕਿਉਂ? ਤ੍ਰਿਪਤ ਹੋ ਗਿਆ। ਨਾਮ ਜਿਹੜਾ ਆ, ਇਹਦੇ ਨਾਲ ਇਹ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦਾ। ਅਤੇ ਇਹ ਕਹਿੰਦਾ ਮੈਨੂੰ ਲੋੜ ਨਹੀਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਚਰਨਾ ਕਮਲਾਂ ਦੀ ਪ੍ਰੀਤ ਚਾਹੀਦੀ, ਹੋਰ ਕਿਸੇ ਪਦਾਰਥ ਦੀ ਭੁੱਖ ਨਹੀਂ ਆ। ਅਤੇ ਗੁਰਬਾਣੀ ਕਹਿੰਦੀ ਹੈ ਜਿਹੜਾ ਭੁੱਖਾ ਬੰਦਾ ਭਾਵੇਂ ਪੁਰੀਆਂ ਦੇ ਪਦਾਰਥਾਂ ਦੀਆਂ ਪੰਡਾਂ ਬੰਨ੍ਹਦਾ, ਉਹ ਨਹੀਂ ਰੱਜਦਾ। ਨਾਨਕ ਭੁੱਖਾ ਤਾਂ ਰੱਜੈ। ਭੁੱਖਾ ਤਾਂ ਤਦੇ ਰੱਜਦਾ ਉਹਦੀ ਸਿਫਤ ਵਿੱਚ ਜਦੋਂ ਸਮਾਉਂਦਾ, ਉੱਦਾਂ ਨਹੀਂ ਰੱਜਦਾ। ਉੱਦਾਂ ਸਾਰੀ ਦੁਨੀਆ 'ਚ ਭੁੱਖ ਬੜੀ ਵਧੀ ਪਈ ਆ। ਜਿਹੜਾ ਸੇਵਕ ਹੁੰਦਾ ਉਹ ਦਰਸ਼ਨਾਂ ਦੇ ਨਾਲ ਹੀ ਅਘਾਈ ਰੱਜ ਜਾਂਦਾ ਹੈ। ਸਰਬ ਨਿਰੰਤਰ ਤੁਮ ਹੈ ਸਮਾਨੇ, ਜਾ ਕਉ ਤੁਧ ਆਪ ਬੁਝਾਈ। ਰੱਬ ਸਾਰਿਆਂ ਦੇ ਅੰਦਰ ਹੈ ਅਤੇ ਰੱਬ ਨੂੰ ਸਾਰੇ ਹੀ ਸਮਾਨ ਨੇ। ਹੁਣ ਜੇ ਕੋਈ ਭਿਖਾਰੀ ਬਣ ਗਿਆ, ਕੋਈ ਰਾਜਾ ਬਣ ਗਿਆ, ਅਤੇ ਕੋਈ ਵਿਦਵਾਨ ਹੈ, ਕੋਈ ਮੂਰਖ ਹੈ, ਰੱਬ ਦਾ ਤਾਂ ਕਿਸੇ ਦਾ ਕੋਈ ਵੈਰ ਨਹੀਂ। ਰੱਬ ਥੋੜ੍ਹੀ ਵੈਰ ਕਰਦਾ, ਸਾਰਿਆਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਫਾਲਿਆ। ਜਿੱਦਾਂ ਦੇ ਕਿਸੇ ਦੇ ਕਰਮ ਨੇ, ਉੱਦਾਂ ਦਾ ਰੱਬ ਨੇ ਉਹਨਾਂ ਨੂੰ ਫਲ ਦੇ ਦਿੱਤਾ। ਜੇ ਕਹੀਏ ਵੀ ਰੱਬ ਨੇ ਵੈਰ ਕਰਕੇ ਕਿਸੇ ਨੂੰ, ਜਿਹੜਾ ਉਹਨੂੰ ਧਿਆਉਂਦਾ ਉਹਨੂੰ ਜ਼ਿਆਦਾ ਨੰਬਰ ਦੇ ਦਿੱਤੇ, ਜਿਹੜਾ ਨਹੀਂ ਧਿਆਉਂਦਾ ਘੱਟ ਦੇ ਦਿੱਤੇ, ਨਹੀਂ, ਕਰਮ ਆ ਉਹਦਾ ਕਰਮ ਬਣਿਆ। ਧਿਆਉਣਾ ਵੀ ਉਹਦਾ ਕਰਮ ਬਣਿਆ। ਕੋਈ ਵੀ ਇਹ ਕਰਮ ਕਰ ਸਕਦਾ, ਪਾਬੰਦੀ ਕਿਸੇ 'ਤੇ ਨਹੀਂ ਹੈ। ਜੇ ਕਿਸੇ ਚੋਰ ਨੇ, ਡਾਕੂ ਨੇ ਉਹਨੂੰ ਧਿਆਇਆ
ਕਿਸੇ ਨੇ ਵੀ ਮਾੜੇ ਕਰਮ ਕਰਨ ਵਾਲੇ ਨੇ ਧਿਆਇਆ, ਉਹਨੂੰ ਉਹਦਾ ਫਲ ਮਿਲਿਆ, ਉਹਨੂੰ ਉਹਦਾ ਫਲ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਫਲ ਵਰਦਾਤਾ ਨਾ, ਜਿੱਦਾਂ ਦਾ ਕੋਈ ਕਰਮ ਕਰਦਾ ਉੱਦਾਂ ਦਾ ਉਹ ਫਲ ਦਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਮ ਹੈ ਸਮਾਨੇ, ਤੈਨੂੰ ਸਾਰੇ ਹੀ ਇੱਕ ਨੇ, ਸਾਰਿਆਂ ਦੇ ਅੰਦਰ ਹੈ ਤੂੰ, ਸਰਬ ਨਿਰੰਤਰ, ਤੁਮ ਹੈ ਸਮਾਨੇ, ਤੈਨੂੰ ਸਾਰੇ ਇੱਕ ਨੇ। ਪਰ ਇਸ ਗੱਲ ਦੀ ਸੋਝੀ ਥੋੜ੍ਹੀ ਸਾਰਿਆਂ ਨੂੰ ਆਉਂਦੀ ਹੈ। ਕਹਿੰਦੇ ਜਾ ਕੋ ਤੁਧ ਆਪ ਬੁਝਾਈ, ਜਿਹਨੂੰ ਤੂੰ ਸਮੱਤ ਦਿੰਦਾ ਸਮਝਾਉਣਾ ਉਹ ਇਹ ਗੱਲ ਸਮਝਦਾ ਵੀ ਸਭਨਾਂ ਦੇ ਵਿੱਚ ਤੂੰ ਹੀ ਤਾਂ ਵਸਿਆ ਹੋਇਆ ਹੈ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭਏ ਸਭ ਠਾਈ। ਬੜੀ ਭਾਰੀ ਅਗਿਆਨਤਾਈ ਦੇ ਵਿੱਚ ਇਹ ਮਨੁੱਖ ਆਪਣੀ ਜ਼ਿੰਦਗੀ ਜੀ ਰਿਹਾ ਹੈ। ਪਰਿਵਾਰ ਨੂੰ ਆਪਣਾ ਸਮਝ ਲਿਆ, ਦਾਤਾਂ ਨੂੰ, ਸੰਸਾਰਕ ਦਾਤਾਂ ਨੂੰ ਆਪਣਾ ਜਾਣ ਲਿਆ, ਸੰਸਾਰਕ ਸੁੱਖਾਂ ਨੂੰ ਆਪਣਾ ਜਾਣ ਲਿਆ, ਕਿਸੇ ਨੂੰ ਆਪਣਾ ਮੰਨਣਾ, ਬੇਗਾਨਾ ਮੰਨਣਾ, ਇਹ ਭਰਮ ਹੈ। ਇਹ ਸਾਰਾ ਹੀ ਭਰਮ ਹੈ, ਟੋਟਲੀ ਭਰਮ ਹੈ। ਇਹਨੂੰ ਸੱਚੇ ਪਾਤਸ਼ਾਹ ਜੀ ਨੇ ਅਗਿਆਨਤਾ ਹੀ ਕਹਿ ਦਿੱਤਾ। ਅਗਿਆਨਤਾ ਹੀ ਕਰਕੇ ਭਰਮ ਹੈ। ਜੇ ਗੁਰਬਾਣੀ ਦਾ ਗਿਆਨ ਹੋ ਜਾਵੇ ਭਰਮ ਰਹੇ ਹੀ ਨਾ। ਜੇ ਗੁਰਬਾਣੀ ਗਿਆਨ ਦਿੰਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ, ਫਿਰ ਭਰਮ ਰਹਿਣਾ ਹੀ ਨਹੀਂ। ਗੁਰਬਾਣੀ ਗਿਆਨ ਇਹ ਦਿੰਦੀ ਹੈ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਕਿੱਥੋਂ ਭਰਮ ਰਹਿ ਜੂਗਾ। ਗੁਰਬਾਣੀ ਤਾਂ ਇਹ ਗਿਆਨ ਦਿੰਦੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ। ਗੁਰਬਾਣੀ ਗਿਆਨ ਦਿੰਦੀ ਹੈ। ਜਦੋਂ ਗਿਆਨ ਆਉਂਦਾ ਨਾ ਭਰਮ ਨਹੀਂ ਰਹਿੰਦਾ। ਦੇਖੋ ਭਾਈ ਗਿਆਨ ਕੀ ਆਈ, ਆਂਦੀ ਸਵੈ ਉਡਾਨੀ, ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ। ਜਦੋਂ ਗਿਆਨ ਦੀ ਹਨੇਰੀ ਚੱਲਦੀ ਹੈ ਨਾ, ਉਹ ਭਰਮ ਭਰਮ ਸਾਰਾ ਹੀ ਉੜ ਜਾਂਦਾ, ਕਿਸੇ ਕਿਸਮ ਦਾ ਕੋਈ ਵੀ ਭਰਮ ਨਹੀਂ ਰਹਿ ਜਾਂਦਾ। ਇਸ ਕਰਕੇ ਗਿਆਨ ਪ੍ਰਾਪਤ ਕਰਨਾ ਬੜਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਈ, ਗਿਆਨ ਹੋਇਆ, ਮਿਟਿਓ ਅਗਿਆਨਾ, ਅਗਿਆਨ ਮਿਟ ਗਿਆ, ਪ੍ਰਗਟ ਭਏ ਸਭ ਠਾਈ। ਜਿਸ ਰੱਬ ਨੂੰ ਲੱਭਦਾ ਫਿਰਦਾ ਸੀ ਮੈਂ, ਇਹਨੂੰ ਲੱਭ ਲਵਾਂ, ਪਹਾੜਾਂ 'ਚ ਆ, ਤੀਰਥਾਂ 'ਤੇ ਹੈ, ਕਿੱਥੇ ਹੈ, ਫਿਰ ਮੈਨੂੰ ਇਹ ਗਿਆਨ ਹੋ ਗਿਆ ਜਦੋਂ ਭਰਮ ਮਿਟਿਆ ਵੀ ਉਹ ਤਾਂ ਹਰੇਕ ਜਗ੍ਹਾ 'ਤੇ ਹੈ, ਸਰਬ ਠਾਈ, ਹਰੇਕ ਜਗ੍ਹਾ 'ਤੇ ਮੌਜੂਦ ਹੈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੋ ਭਾਈ। ਕਹੋ ਨਾਨਕ ਜਿਸ ਪੈ ਦਿਆਲਾ, ਤਾਕੋ ਮਨ ਤੇ ਬਿਸਰ ਨਾ ਜਾਈ। ਹਜ਼ੂਰ ਕਹਿੰਦੇ ਨੇ, ਕਹਿੰਦੇ ਜਿਸ ਨੂੰ ਗਿਆਨ ਹੁੰਦਾ, ਅਗਿਆਨਤਾ ਹੀ ਜਿਹਦੇ ਅੰਦਰੋਂ ਮਿਟਦੀ ਹੈ। ਕਿਹਦੇ ਮਿਟਦੀ ਹੈ? ਗਿਆਨ ਕਿਹਨੂੰ ਹੁੰਦਾ? ਕਹਿੰਦੇ ਜਿਹਦੇ 'ਤੇ ਉਹ ਦਇਆ ਕਰਦਾ। ਹੋਰ ਪੋਥੀਆਂ ਪੜ੍ਹ ਕੇ ਤਾਂ ਗਿਆਨ ਹੋਣੋਂ ਰਿਹਾ। ਉਹ ਤਾਂ ਪੜ੍ਹ ਪੜ੍ਹ ਗੱਡੀ ਲਦੀਆ, ਪੜ੍ਹ ਪੜ੍ਹ ਭਰੀਆ ਸਾਥ ਬੜੇ ਨੇ ਪੜ੍ਹਨੇ ਵਾਲੇ। ਜਿੰਨਾ ਚਿਕਰ ਉਹਦੀ ਦਇਆ ਨਹੀਂ ਹੁੰਦੀ ਉਨਾ ਚਿਕਰ ਅੰਤਰ ਆਤਮੇ ਜਿਹੜਾ ਗਿਆਨ, ਤੱਤ ਗਿਆਨ ਜਿਹਨੂੰ ਕਿਹਾ ਜਾਂਦਾ, ਉਹ ਪ੍ਰਗਟ ਨਹੀਂ ਹੋ ਸਕਦਾ। ਤੱਤ ਗਿਆਨ ਵੀ ਪ੍ਰਗਟ ਹੁੰਦਾ ਹੈ, ਉਂਝ ਗਿਆਨ ਪੜ੍ਹਿਆ ਜਾਂਦਾ ਹੈ। ਜਿੱਦਾਂ ਰੱਬ ਪ੍ਰਗਟ ਹੁੰਦਾ, ਤੱਤ ਗਿਆਨ ਵੀ ਪ੍ਰਗਟ ਹੁੰਦਾ ਹੈ। ਝਰਨੇ ਦੇ ਵਾਂਗ ਜਿੱਦਾਂ ਧਰਤੀ ਦੇ ਵਿੱਚੋਂ ਨਿਰਮਲ ਜਲ ਦਾ ਝਰਨਾ ਪ੍ਰਗਟ ਹੁੰਦਾ ਹੈ, ਉਹ ਨਿਰਮਲ ਹੁੰਦਾ ਹੈ। ਇਸੇ ਤਰ੍ਹਾਂ ਹੀ ਹਰੇਕ ਮਨੁੱਖ ਦੇ ਅੰਦਰੋਂ ਫਿਰ ਗਿਆਨ ਇੱਕ ਪ੍ਰਗਟ ਹੁੰਦਾ ਜਿਹੜਾ ਇਹਦਾ ਤਨ ਮਨ ਧੋ ਕੇ ਰੱਖ ਦਿੰਦਾ। ਮੱਤ ਮੈਲੀ ਜਿਹੜੀ ਸੀ ਉਹ ਸਾਫ਼ ਕਰ ਦਿੰਦਾ, ਮਨ ਸਾਫ਼ ਹੋ ਜਾਂਦਾ ਜਦੋਂ ਅੰਦਰ ਗਿਆਨ ਦਾ ਝਰਨਾ ਚੱਲਦਾ। ਪਰ ਜਦੋਂ ਉਹਦੀ ਦਇਆ ਹੁੰਦੀ ਹੈ, ਜਦੋਂ ਉਹਦੀ ਦਇਆ ਹੋ ਗਈ, ਕਹਿੰਦੇ ਤਾਕੋ ਮਨ ਤੇ ਬਿਸਰ ਨਾ ਜਾਈ, ਫਿਰ ਉਹਨੂੰ ਕਦੀ ਮਨ ਤੋਂ ਵਿਸਰਦਾ ਹੀ ਨਹੀਂ ਹੈ। ਹੁਣ ਜਿਹਨੂੰ ਮਨ ਤੋਂ ਨਹੀਂ ਵਿਸਰਦਾ ਉਹਦੀ ਬਾਬਤ ਕਹਿੰਦੇ ਸੋਈ ਗਿਆਨੀ ਸੋਈ ਧਿਆਨੀ। ਉਹੀ ਗਿਆਨੀ ਹੈ, ਉਹੀ ਧਿਆਨੀ, ਸੋਈ ਪੁਰਖ ਸੁਭਾਈ। ਉਹੀ ਪੁਰਸ਼ ਜਿਹੜਾ ਹੈ ਪਰਮਾਤਮਾ ਪਰਮੇਸ਼ਰ ਨੂੰ ਭਾਉਂਦਾ ਆ, ਜਿਹਨੂੰ ਵਿਸਰਦਾ ਨਹੀਂ ਹੈ ਰੱਬ। ਉਹ ਰੱਬ ਨੂੰ ਫਿਰ ਬੜਾ ਹੀ ਚੰਗਾ ਲੱਗਦਾ। ਪਾਰ ਬ੍ਰਹਮ ਪਰਮੇਸ਼ਰ ਫਿਰ ਉਸ ਨੂੰ ਵਡਿਆਈ ਦਿੰਦਾ, ਉਹਨੂੰ ਸ਼ਾਬਾਸ਼ ਦਿੰਦਾ। ਸੋ ਉਸ ਨੂੰ ਆਪਣੇ ਸਿੰਘਾਸਨ 'ਤੇ ਵੀ ਬਿਠਾਉਂਦਾ। ਸੋ ਜਿਹਨੂੰ ਰੱਬ ਵਡਿਆਈ ਦੇਵੇ ਤਾਂ ਸਾਰਾ ਸੰਸਾਰ ਉਹਨੂੰ ਵਡਿਆਈ ਦਿੰਦਾ। ਫਿਰ ਜਿਹਨੂੰ ਰੱਬ ਆਪਣੇ ਸਿੰਘਾਸਨ 'ਤੇ ਬਿਠਾ ਲਵੇ
ਉਹ ਰਾਜਿਆਂ ਦਾ ਰਾਜਾ ਹੁੰਦਾ। ਰਾਜੇ ਵੀ ਉਹਦੇ ਹੁਕਮ ਨੂੰ ਮੰਨਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋਖ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ। ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਖਰਥਾਰੀਆਂ। ਪੰਚ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤ੍ਰਿਜਨ ਕੋ ਸੇ ਨਾਮ ਹਰ ਕੇ ਲਾਗਿਆ। ਕਹਿ ਨਾਨਕ ਤੈਸ ਕਹੂੰ ਆਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਆ ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ ਤੂੰ ਕਹਿ ਅਰਦਾਸ ਜੀਉ ਪਿੰਡ ਸਾ ਤੇਰੀ ਆਸ। ਮਾਤ ਪਿਤਾ ਸੁਖ ਬਨੇਰੇ ਨ ਜਾਣੇ। ਤੁਮਰਾ ਅੰਤਰ ਉੱਚੇ ਸੇਵ ਉਚਾਗ। ਸਗਲ ਸੁੰਦਰੀ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮਰੀ ਜਾਣੀ। ਨਾਨਕ ਦਾਸ ਸਾਧ ਬੋਲੋ ਜੀ ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਹਾਇ। ਵਾਹਿ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸੋ। ਪ੍ਰਥਮ ਭਗਤੀ ਸਿਰ ਕੈ ਗੁਰੂ ਨਾਨਕ ਨਹੀਂ ਧਿਆਏ। ਤਿਰੰਗਤ ਗੁਰਤੇ ਅਮਰਦਾਸ ਰਾਮਦਾਸ ਆਜਨ ਹਰ ਗੋਬਿੰਦ ਨੂੰ ਸਿਮਰੋ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ। ਜਿਸ ਪਿੱਛੇ ਸਭ ਜਾਏ ਤੇ ਵਾਕ ਸਿਮਰਿਆ ਕਰਨਾਮ ਦਿਆ ਵਿਤਾਏ। ਸੁਖਾਈ ਹੋ ਸਹਾਇ ਦਸਵੇਂ ਪਾਤਸ਼ਾਹ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਖਾਈ ਹੋ ਸਹਾਇ ਦਸਾਂ ਪਾਤਸ਼ਾਹੀ ਹਰੀ ਗੁਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਪੰਜਾਹ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਫੀਆਂ ਤੱਕੀਆਂ ਸਿਰਕਮਾਨਾਂ। ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਰ ਦੇਖ ਕੇ ਅਨੰਦ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ। ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਰ ਕੇਸਾਂ ਸਮੱਸਾਂ ਨਾਲ ਨਿਭਾਇਆ। ਤੇਰਾ ਸੂਰ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ
ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਨਾਮ ਚਿਤ ਆਵੈ ਚਿਤ ਆਵੈ ਸਰਬ ਸੁਖ ਹੋਵੈ ਜਾ ਜਾ ਖਾਲਸਾ ਜੀ ਸਾਹਿਬ ਖਾਤਾ ਚਿਆਰੇ ਆਏ ਦੇਖ ਦੇਵ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਕਬੀਰ ਦਾਨ ਸਾਧ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਕਰਾਏ ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਆਸਾ ਜੀ ਦੀ ਬਾਣੀ ਕੀਰਤਨ ਸ਼ਬਦ ਦੀ ਕਥਾ ਚਾਰ ਵੇਦਾਂ ਸਾਹਿਬ ਦੀ ਛੇ ਪੌੜੀਆਂ ਦੇ ਜਾਪ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਾਣੀ ਦਾ ਮਹਾਰ ਕਮਾਈਆਂ ਸੰਤਾਂ ਨੂੰ ਬਖਸ਼ਣਾ ਜਰਫਲ ਹਾਜ਼ਰ ਦਰ ਪ੍ਰਵਾਨ ਕਰਨਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਪੂਰਨ ਸਾਧ ਕਰਨੀਆਂ। ਆਪ ਜੀ ਦੇ ਸੇਵਕ ਪਰਿਵਾਰ ਦੇ ਵਿਸ਼ਨ ਕੌਰ ਜੀ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਖਾਲਸਾ ਜੀ ਦੇਗ ਦੀ ਸੇਵਾ ਹੋਈ ਹੈ। ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁਖ ਸ਼ਾਂਤੀ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਕੇ ਪਾਤਸ਼ਾਹ ਸਮੁੱਚੇ ਪਰਿਵਾਰ ਦੇ ਰਹਿਮਤਾਂ ਕਰਨੀਆਂ ਆਪ ਸੰਗ ਸਹਾਈ ਹੋਣਾ ਬੱਚਿਆਂ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਮੇਰਾ ਰੱਖਣੀਆਂ ਸੱਚੇ ਪਾਤਸ਼ਾਹ ਜੀ ਹੋ ਵਿਸ਼ਨ ਦੇ ਪਾੜਿਆਂ ਆਪਣੇ ਚਰਨਾਂ ਨੂੰ ਉਹਨਾਂ ਦਾ ਪਿਆਰ ਬਖਸ਼ਿਸ਼ ਕਰਨਾ ਬਾਣੀ ਦੇ ਨਾਲ ਜੋੜ ਕੇ ਰੱਖਣਾ ਬਖਸ਼ੀਆਂ ਦਾਤਾ ਚੁਪੜਾ ਪ੍ਰਸ਼ਾਦ ਦੀ ਹਾਜ਼ਰ ਨੇ ਕਰੀ ਪਾਕ ਸਰਸੋਚ ਪਵਿੱਤਰਾਵਣ ਲਾਭੋ ਹਰ ਰਾਏ ਸਿੰਘ ਪ੍ਰਸ਼ਾਸਨ ਵਿੱਚ ਵਰਤੇ ਜੋ ਜੀ ਸਕੇ ਆਪ ਦਾ ਨਾਮ ਜਪੇ ਪਾਵਨ ਕੋ ਬਖਸ਼ੋ ਸੰਤਾਂ ਨੂੰ ਨਿਹਾਲ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਆਪਣੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭੂ ਕੋ ਮਲਵੋ ਚਾਹੈ ਹੋਏ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਬਾਕੀ ਰਹਿ ਨ ਕੋਏ ਔਰ ਹੋਏ ਸਾਂਭਲਾਂਗੇ ਮੇਰੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਤਰੇ ਪਾਰ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਰਾਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ ਸੋ ਹਮਰੀ ਰਛਿਆ ਕਰੀ ਗੁਰ ਕਲਗੀ ਧਰਤ ਦੀਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਕਉ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰਿ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ। ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤੈਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ। ਜੀ ਅਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹਿ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਡਿੱਗੈ ਨ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ
तिन की बात बेलानी, अलंकार मिल थैली होई है, तांते कनक बखानी। प्रगटेओ जोत सहज सुख शोभा, बाजे अनहत बानी। कहो नानक निहचल कर बाध्यो, गुर कियो बंदानी। प्रगटेओ जोत सहज सुख शोभा, बाजे अनहत बानी। कहो नानक निहचल कर बाध्यो, गुर कियो बंधानी। वाहिगुरु जी का खालसा, वाहिगुरु जी की फतेह। जपो सतनाम 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 जी। वाहिगुरु 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 जी। जपो सतनाम 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 जी। वाहिगुरु 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 जी। वाहिगुरु जी का खालसा, वाहिगुरु जी की फतेह।